ਹੈਲੋ एवरीवन ਵੈਲਕਮ ਟੂ ਸਟੇ ਸ਼ੌਕਟ ਹੇਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਸਾਰੇ ਹੀ ਕੰਪੀਟੀਟਿਵ ਐਗਜ਼ਾਮਸ ਲਈ ਆਪਾਂ ਪੰਜਾਬੀ ਗ੍ਰਾਮਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਪੰਜਾਬੀ ਗ੍ਰਾਮਰ ਨੂੰ ਡਿਟੇਲ ਦੇ ਵਿੱਚ ਸਮਝਦੇ ਹਾਂ। ਲਾਸਟ ਵੀਡੀਓ ਦੇ ਵਿੱਚ ਆਪਾਂ ਕਿਰਿਆ ਦੀ ਟਾਈਪਸ ਕਰ ਰਹੇ ਸੀ, ਜਿਹਦੇ ਵਿੱਚ ਆਪਾਂ ਪਹਿਲੀ ਪ੍ਰਕਾਰ ਦੀ ਵੰਡ ਤੇ ਦੂਜੇ ਪ੍ਰਕਾਰ ਦੀ ਵੰਡ ਨੂੰ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਅੱਜ ਆਪਾਂ ਕਰਨ ਵਾਲੇ ਹਾਂ ਜੀ ਤੀਸਰੇ ਪ੍ਰਕਾਰ ਦੀ ਵੰਡ। ਤੀਸਰੇ ਪ੍ਰਕਾਰ ਦੀ ਵੰਡ ਦੀ ਵੀ ਅੱਗੇ ਦੋ ਟਾਈਪਸ ਹੈ। ਸਭ ਤੋਂ ਪਹਿਲੇ ਟਾਈਪ ਦਾ ਨਾਮ ਹੈ ਜੀ ਇਕਹਰੀ ਕਿਰਿਆ। ਇਕਹਰੀ ਕਿਰਿਆ ਕਿਹੜੀ ਹੁੰਦੀ ਹੈ? ਦੇਖੋ ਤੁਹਾਨੂੰ ਨਾਮ ਤੋਂ ਕਲੀਅਰ ਹੋ ਰਹੇਗਾ ਇੱਕ ਕਿ ਉਹ ਇੱਕ ਸ਼ਬਦ ਜਿਸ ਤੋਂ ਸਾਨੂੰ ਕੰਮ ਦੇ ਹੋਣ ਬਾਰੇ ਪਤਾ ਚੱਲੇ ਉਸਨੂੰ ਆਪਾਂ ਕਹਿੰਦੇ ਹਾਂ ਇਕਹਰੀ ਕਿਰਿਆ। ਤੁਸੀਂ ਨੋਟ ਕਰ ਸਕਦੇ ਹੋ, ਜਦੋਂ ਕੰਮ ਨੂੰ ਦਰਸਾਉਣ ਵਾਲਾ ਕਿਰਿਆ ਸ਼ਬਦ ਇੱਕ ਹੋਵੇ, ਤਾਂ ਜਦੋਂ ਕੰਮ ਨੂੰ ਦਰਸਾਉਣ ਵਾਲਾ ਕਿਰਿਆ ਸ਼ਬਦ ਇੱਕ ਹੋਵੇ ਵਾਕ ਵਿੱਚ ਤਾਂ ਉਹਨੂੰ ਕਹਿੰਦੇ ਆ ਜੀ ਇਕਹਰੀ ਕਿਰਿਆ। ਯਾਨੀ ਕਿ ਸਿਰਫ ਇੱਕ ਸ਼ਬਦ ਤੋਂ ਹੀ ਕਿਰਿਆ ਦੇ ਹੋਣ ਬਾਰੇ ਪਤਾ ਚੱਲੇ ਉਸਨੂੰ ਆਪਾਂ ਕਹਿੰਦੇ ਹਾਂ ਇਕਹਰੀ ਕਿਰਿਆ। ਜਿਵੇਂ ਮੋਹਿਤ ਹੱਸਦਾ ਹੈ, ਤਾਂ ਇਹਦੇ ਵਿੱਚ ਹੱਸਣਾ ਜਿਹੜਾ ਹੈ ਉਹ ਕਿਰਿਆ ਸ਼ਬਦ ਹੈ, ਤੇ ਇੱਕ ਹੀ ਸ਼ਬਦ ਤੋਂ ਉਹਦੇ ਕਿਰਿਆ ਬਾਰੇ ਪਤਾ ਚੱਲ ਰਿਹਾ ਕਿ ਹੱਸਣਾ ਕਿਰਿਆ ਹੋ ਰਹੀ ਹੈ, ਉਸਦਾ ਗਿਆਨ ਸਾਨੂੰ ਇੱਕ ਸ਼ਬਦ ਤੋਂ ਹੀ ਮਿਲ ਰਿਹਾ, ਤਾਂ ਉਹ ਹੋ ਗਿਆ ਜੀ ਸਾਡੀ ਇਕਹਰੀ ਕਿਰਿਆ। ਇਕਹਰੀ ਕਿਰਿਆ ਤਾਂ ਕੰਮ ਦੇ ਹੋਣ ਬਾਰੇ ਦੱਸਣ ਲਈ ਅਸੀਂ ਜਦੋਂ ਸਿਰਫ ਇੱਕ ਸ਼ਬਦ ਯੂਜ਼ ਕਰਦੇ ਹਾਂ ਐਜ਼ ਅ ਕਿਰਿਆ ਸ਼ਬਦ, ਤਾਂ ਉਹ ਹੁੰਦੀ ਹੈ ਸਾਡੀ ਇਕਹਰੀ ਕਿਰਿਆ। ਇਹਦੀ ਕੁਝ ਵੀ ਐਗਜ਼ਾਮਪਲ ਤੁਸੀਂ ਇੱਥੇ ਲਿਖ ਸਕਦੇ ਹੋ। ਗੀਤਾ ਨੇ ਪੁਸਤਕ ਪੜ੍ਹੀ, ਤੇ ਇਹਦੇ ਵਿੱਚ ਪੜ੍ਹਨਾ ਜਿਹੜਾ ਉਹ ਕਿਰਿਆ ਹੈ, ਤੇ ਇੱਕੋ ਹੀ ਸ਼ਬਦ ਤੋਂ ਸਾਨੂੰ ਕਿਰਿਆ ਬਾਰੇ ਪਤਾ ਚੱਲ ਰਿਹਾ, ਤੇ ਇਹ ਵੀ ਸਾਡੀ ਹੋ ਗਈ ਜੀ ਇਕਹਰੀ ਕਿਰਿਆ। ਇਕਹਰੀ ਕਿਰਿਆ। ਤੇ ਇਸੇ ਤਰ੍ਹਾਂ ਤੀਸਰੇ ਪ੍ਰਕਾਰ ਦੀ ਵੰਡ ਦੇ ਵਿੱਚ ਇਹਦੀ ਦੂਸਰੀ ਟਾਈਪ ਹੈਗੀ ਹੈ ਜੀ, ਉਹ ਹੈ ਸੰਯੁਕਤ ਕਿਰਿਆ। ਸੰਯੁਕਤ ਕਿਰਿਆ। ਜਦੋਂ ਕੰਮ ਦੇ ਹੋਣ ਬਾਰੇ ਇੱਕ ਤੋਂ ਵੱਧ ਸ਼ਬਦਾਂ ਰਾਹੀਂ ਪਤਾ ਚੱਲੇ, ਅਜਿਹੇ ਸ਼ਬਦਾਂ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ। ਜਦੋਂ ਕਿਸੇ ਵਾਕ ਵਿੱਚ ਕੰਮ ਦੇ ਹੋਣ ਬਾਰੇ ਜਿਹੜਾ ਸ਼ਬਦ ਆਪਾਂ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਉਹ ਸ਼ਬਦ ਇੱਕ ਤੋਂ ਵੱਧ ਹੋਵੇ, ਯਾਨੀ ਕਿ ਕਈ ਸ਼ਬਦਾਂ ਦੇ ਜੋੜੇ ਤੋਂ ਸਾਨੂੰ ਪਤਾ ਚੱਲੇ, ਤਾਂ ਉਹ ਕਿਰਿਆ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਸੰਯੁਕਤ ਕਿਰਿਆ। ਉਦਾਹਰਨ ਤੋਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਜਿਵੇਂ ਅਸੀਂ ਹਰ ਰੋਜ਼ ਕਾਲਜ ਜਾਇਆ ਕਰਾਂਗੇ। ਅਸੀਂ ਜ਼ਰੂਰਤਮੰਦਾਂ ਦੀ ਮਦਦ ਕਰਿਆ ਕਰਾਂਗੇ। ਤਾਂ ਦੇਖੋ ਜਾਇਆ ਕਰਾਂਗੇ ਤੇ ਜਾਣਾ ਤੇ ਕਰਨਾ ਇਹ ਦੋਨੋਂ ਹੀ ਕਿਰਿਆ ਸ਼ਬਦ ਹੈ, ਤੇ ਦੋਨੋਂ ਕਿਰਿਆ ਸ਼ਬਦ ਇਕੱਠੇ ਜੋੜੇ ਵਿੱਚ ਸਾਨੂੰ ਕੰਮ ਦੇ ਹੋਣ ਬਾਰੇ ਦੱਸਦੇ ਆ, ਤਾਂ ਇਹ ਕੀ ਹੋ ਗਏ ਜੀ? ਇਹ ਹੋ ਗਏ ਸਾਡੇ ਸੰਯੁਕਤ ਕਿਰਿਆ। ਸੰਯੁਕਤ ਕਿਰਿਆ, ਕਿਉਂਕਿ ਇੱਥੇ ਕੰਮ ਦੇ ਹੋਣ ਲਈ ਜਿਹੜਾ ਕਿਰਿਆ ਸ਼ਬਦ ਵਰਤਿਆ ਗਿਆ ਉਹ ਦੋ ਸ਼ਬਦ ਯਾਨੀ ਕਿ ਇੱਕ ਤੋਂ ਜ਼ਿਆਦਾ ਸ਼ਬਦ ਵਰਤੇ ਗਏ ਨੇ, ਤੇ ਜਾਣਾ ਤੇ ਕਰਨਾ ਉਹਨਾਂ ਦਾ ਹੀ ਇਹ ਬਦਲਿਆ ਹੋਇਆ ਰੂਪ ਹੈ ਜੀ ਜਾਇਆ ਕਰਾਂਗੇ। ਤਾਂ ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਦੋਨੋਂ ਕਿਨੇ ਸੰਯੁਕਤ ਕਿਰਿਆ ਸ਼ਬਦ। ਇਸੇ ਤਰ੍ਹਾਂ ਅਸੀਂ ਜ਼ਰੂਰਤਮੰਦਾਂ ਦੀ ਮਦਦ ਕਰਿਆ ਕਰਾਂਗੇ, ਤਾਂ ਇਹਦੇ ਵਿੱਚ ਵੀ ਕਰਿਆ ਕਰਾਂਗੇ, ਤਾਂ ਇਹ ਸ਼ਬਦ ਵੀ ਜਿਹੜਾ ਹੈਗਾ ਸੰਯੁਕਤ ਕਿਰਿਆ ਦੀ ਹੀ ਉਦਾਹਰਨ ਹੈ। ਸੰਯੁਕਤ ਕਿਰਿਆ। ਇਹ ਘਰ ਬਹੁਤ ਵੱਡੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਤਾਂ ਹਾਂਜੀ ਇਹਦੇ ਵਿੱਚ ਜੋ ਕਿਰਿਆ ਸ਼ਬਦ ਹੈ ਉਹ ਹੈਗਾ ਜੀ ਫੈਲਿਆ ਹੋਇਆ। ਤਾਂ ਫੈਲਣਾ ਤੇ ਹੋਣਾ ਦੋਨੋਂ ਹੀ ਕਿਰਿਆ ਸ਼ਬਦ ਹੈ, ਤੇ ਦੋਨੋਂ ਇਕੱਠੇ ਜਿਹੜੇ ਆ ਉਹ ਆਏ, ਤੇ ਇਹ ਹੋ ਗਏ ਜੀ ਸੰਯੁਕਤ ਕਿਰਿਆ।
क्योंकि इत्थे काम दे होण बारे, फैलन दे होण बारे सानू दो शब्दां तो, एक तो वध शब्दां तो सानू उस बारे पता चल रहा है। तो ये हो गई जी संयुक्त किरिया। तो तीसरी प्रकार की वंड च आपां दो टाइप्स कीतियां, इकहरी किरिया ते संयुक्त किरिया। इकहरी किरिया वो जिੱਥੋਂ सानू काम दे होण बारे एक शब्द तो पता चले, ते संयुक्त किरिया वो जिੱਥੇ सानू काम दे होण दा तुहानू एक तो वध शब्दां तो पता चले, वो हो गई जी संयुक्त किरिया। ये हो गई तीसरे प्रकार की वंड। हुण आपां करदे जी चौथे प्रकार की वंड। हाँ जी, तो हुण आपां करन लगे चौथे प्रकार की वंड। चौथे प्रकार की वंड च दो टाइप्स हैगी जी, उस तो अगे एक है मूल किरिया ते दूसरी है सहायक किरिया। तो हाँ जी, मूल किरिया किहड़ी हुंदी है, नोट कर सकते हो, जिस शब्द तो सानू मुख रूप विच, जिस शब्द तो सानू मुख रूप विच काम दे होण बारे पता लगे, उसनूं असीं कहने जी मूल किरिया। तो इसी तरह सहायक किरिया किहड़ी हुंदी है जी, सहायक किरिया। सहायक किरिया वो हुंदी है, तुहानूं नाम तो पता हो चल रहा होगा, सहायक मतलब वो शब्द जो मूल किरिया की सहायता लई वरते जाते हैं, उन्होंने आपां कहने सहायक किरिया। जिस शब्द या जिस किरिया शब्द नूं मूल किरिया शब्द दी सहायता ਲਈ ਵਰਤਿਆ ਜਾਵੇ, ਉਹ ਹੁੰਦੀ ਹੈ ਜੀ ਸਹਾਇਕ ਕਿਰਿਆ। ਇਸ ਤੋਂ ਇਲਾਵਾ ਸਹਾਇਕ ਕਿਰਿਆ ਕੰਮ ਦੇ ਜਾਂ ਕੰਮ ਹੋਣ ਦੇ ਸਮੇਂ ਜਾਂ ਕਾਲ ਬਾਰੇ भी दसदा है। सहायक किरिया तो ही पता चलता है कि काम जिहड़ा वो किहड़े काल विच होया है, वर्तमान च या बीते काल विच या आउण वाले टाइम दे विच होएगा। तो इस चीज़ का ज्ञान भी सानू सहायक किरिया तो ही हुंदा है। हुण तुसीं इहदी एग्जाम्पल्स देख सकते हो, जिवें गीता किताब पढ़दी है, गीता किताब पढ़दी है। तो ये पहला तो किरिया शब्द हो गया जी, मेन काम की हो रहा, पूरी वाक विच तुसीं ये देख सकते हो कि मेन काम की हो रहा, मेन काम पढ़ना है, किताब नूं पढ़ना मेन काम है। काम बारे सानू किस शब्द तो पता चल रहा है, इस शब्द तो, पढ़दी शब्द तो। ये होगी साडी मूल किरिया, क्योंकि सानू ये मेन मुख काम बारे सानू इस शब्द तो पता चलता है। हुण वाक विच जिहड़ा आ शब्द है जी है, ये जिहड़ा है ये मूल शब्द की सहायता लई आया गया शब्द है जी। सहायक किरिया ये मूल शब्द की सहायता लई वरत्या गया शब्द है, तो है तो सानू पता चल रहा है कि यह काम जिहड़ा वर्तमान समय का है, इसलिए यह शब्द जिहड़ा है ये होएगा सहायक किरिया। यही वाक नूं अगर मैं इस तरह लिखां, गीता किताब पढ़दी सी, तो ये मेन काम जो मुख काम है वो तो है जी पढ़ना ही है, यही साडी मूल किरिया ही रहेगी, मूल किरिया। लेकिन सी जो है ये सानू मूल किरिया दे नाल आके सानू दसदा है कि वो मूल किरिया कदों हो रही सी, वो मूल किरिया बीते हुए समय विच हो रही सी, ते ये होगी साडी सहायक किरिया। ठीक है जी, ये मूल किरिया दे नाल आके तो ये जिहड़ी मेन इहदे विच गल हैगी, इहदे विच कि जिहड़ी सहायक किरिया उस शब्द नूं असीं सहायक किरिया कहंदे आ, जिहड़ा शब्द किहड़े काल विच हो रहा उहदे बारे सानू दस्से ते नाल मूल शब्द दे नाल आके दसदा है, मूल किरिया दे नाल आके दसदा है, तद उस किरिया नूं असीं कहंदे आ जी सहायक किरिया, क्योंकि मूल किरिया दी सहायता लई वरतिया जांदा है ते नाल ही सानू काम दे होण दे काल बारे सानू दसदा है, वो हुंदी है जी सहायक किरिया। ते ये चीज़ जिहड़ी इत्थे जरूर ध्यान रखियो जी कि सहायक किरिया मूल किरिया दे नाल आउंदी है। इत्थे आपां जिहड़ा इंपोर्टेंट पॉइंट इत्थे लिख दिंदे आ, ये इंपोर्टेंट क्यों है, थोनों अगली जिहड़ी मैं टाइप दसन वाली उहदे विच क्लीयर हो जाएगा। तो सहायक किरिया वाक विच मूल किरिया दे नाल आउंदी है, क्योंकि सहायक किरिया जो है वो किसी किरिया दे काल बारे दसदी है कि वो किरिया दा समा की है, उहदे लई वो दसन लई वाक विच एक मूल किरिया दा होना जरूरी है, ताइयों मूल किरिया दे समय बारे दसेगी कि मूल किरिया किहड़े समय विच होई। तो इस करके सहायक किरिया दे नाल या सहायक किरिया
ਲਈ ਪਹਿਲਾਂ ਮੂਲ ਕਿਰਿਆ ਦਾ ਹੋਣਾ ਵਾਕ ਵਿੱਚ ਜ਼ਰੂਰੀ ਹੈ। ਸੋ ਮੂਲ ਕਿਰਿਆ ਉਹ ਹੁੰਦੀ ਹੈ ਜਿਸ ਤੋਂ ਸਾਨੂੰ ਮੁੱਖ ਕੰਮ ਬਾਰੇ ਮੁੱਖ ਰੂਪ ਵਿੱਚ ਪਤਾ ਚੱਲਦਾ ਹੈ। ਸਹਾਇਕ ਕਿਰਿਆ ਮੂਲ ਕਿਰਿਆ ਦੇ ਨਾਲ ਆ ਕੇ ਉਸ ਦੀ ਸਹਾਇਤਾ ਕਰਦੇ ਹੋਏ ਸਾਨੂੰ ਉਸ ਕੰਮ ਦੇ ਹੋਣ ਬਾਰੇ, ਹੋਣ ਦੇ ਸਮੇਂ ਬਾਰੇ ਦੱਸਦੀ ਹੈ। ਉੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਸਹਾਇਕ ਕਿਰਿਆ ਹੈ। ਸਹਾਇਕ ਕਿਰਿਆ ਦੀ ਐਗਜ਼ਾਮਪਲਸ ਹੋਰ ਵੀ ਬਣ ਸਕਦੀਆਂ ਨੇ, ਜਿਵੇਂ ਤੁਸੀਂ ਇੱਥੇ ਲਿਖ ਸਕਦੇ ਹੋ ਕੋਈ ਵੀ ਕੰਮ ਹੈ, ਸਕਦਾ ਹੈ, ਜਿਵੇਂ ਮੈਂ ਕੋਈ ਕੰਮ ਕਰ ਸਕਦਾ ਹਾਂ ਜਾਂ ਸਕਦੀ ਹਾਂ। ਇਸੇ ਤਰ੍ਹਾਂ ਚਾਹੀਦਾ ਹੈ ਜਾਂ ਚਾਹੀਦਾ ਸੀ। ਤਾਂ ਇਹ ਸ਼ਬਦ ਵੀ ਤੁਹਾਨੂੰ ਕਿਤੇ ਵਾਕ ਵਿੱਚ ਦਿਖਾਈ ਦੇਣਗੇ, ਤਾਂ ਇਹ ਵੀ ਕੀ ਹੈ ਜੀ, ਸਹਾਇਕ ਕਿਰਿਆ ਹੀ ਹੈ। ਜਿਵੇਂ ਤੁਸੀਂ ਇੱਥੇ ਵਾਕ ਜਿਹੜਾ ਦੇਖ ਸਕਦੇ ਹੋ, ਗੁੱਸੇ ਵਿੱਚ ਸਾਨੂੰ ਘੱਟ ਬੋਲਣਾ ਚਾਹੀਦਾ ਹੈ। ਤਾਂ ਗੁੱਸੇ ਵਿੱਚ ਸਾਨੂੰ ਘੱਟ ਬੋਲਣਾ ਸਾਡੀ ਮੁੱਖ ਕਿਰਿਆ ਹੋਗੀ ਤੇ ਚਾਹੀਦਾ ਹੈ ਸਹਾਇਕ ਕਿਰਿਆ ਹੋਗੀ। ਤਾਂ ਇਸ ਤਰ੍ਹਾਂ ਅਸੀਂ ਮੂਲ ਕਿਰਿਆ ਤੇ ਸਹਾਇਕ ਕਿਰਿਆ ਨੂੰ ਅਲੱਗ ਕਰ ਸਕਦੇ ਹਾਂ। ਹੋਗੀ ਜੀ ਚੌਥੀ ਪ੍ਰਕਾਰ ਦੀ ਵੰਡ, ਮੂਲ ਕਿਰਿਆ ਤੇ ਸਹਾਇਕ ਕਿਰਿਆ। ਇਸ ਤੋਂ ਇਲਾਵਾ ਇੱਕ ਹੋਰ ਵੰਡ ਹੈ ਜੀ ਕਿਰਿਆ ਦੀ, ਜੋ ਕਿਸੇ ਪ੍ਰਕਾਰ ਦੇ ਟਾਈਪ ਦੇ ਅੰਡਰ ਨਹੀਂ ਪੜ੍ਹਦੇ ਆਪਾਂ, ਪਰ ਇਹ ਵੀ ਕਿਰਿਆ ਦੀ ਇੱਕ ਕਿਸਮ ਹੈ ਤੇ ਬਹੁਤ ਹੀ ਇੰਪੋਰਟੈਂਟ ਕਿਸਮ ਹੈ। ਕਿਹੜੀ ਹੈ ਜੀ? ਸੰਸਰਗੀ ਕਿਰਿਆ। ਸੰਸਰਗੀ ਕਿਰਿਆ ਬਹੁਤ ਹੀ ਧਿਆਨ ਨਾਲ ਸੁਣਿਓ ਜੀ, ਇਸਨੂੰ ਬਹੁਤ ਹੀ ਇੰਪੋਰਟੈਂਟ ਜਿਹੜੀ ਟਾਈਪ ਹੈ ਇਹ ਸੰਸਰਗੀ ਕਿਰਿਆ। ਕਿ ਜਦੋਂ ਵਾਕ ਵਿੱਚ ਮੂਲ ਕਿਰਿਆ ਨਾ ਹੋਵੇ, ਸਿਰਫ ਸਹਾਇਕ ਕਿਰਿਆ ਨਾਲ ਹੀ ਵਾਕ ਨੂੰ ਪੂਰਾ ਕੀਤਾ ਜਾਵੇ, ਤਾਂ ਉਸ ਵੇਲੇ ਉਸ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਜੀ ਸੰਸਰਗੀ ਕਿਰਿਆ। ਇਸੇ ਲਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਕਿਰਿਆ ਮੂਲ ਕਿਰਿਆ ਦੇ ਨਾਲ ਆ ਕੇ ਮੂਲ ਕਿਰਿਆ ਦੇ ਕਾਲ ਜਾਂ ਸਮੇਂ ਬਾਰੇ ਸਾਨੂੰ ਦੱਸਦੀ ਹੈ, ਉਹ ਹੁੰਦੀ ਹੈ ਜੀ ਸਹਾਇਕ ਕਿਰਿਆ। ਲੇਕਿਨ ਜਦੋਂ ਇਹੀ ਸਹਾਇਕ ਕਿਰਿਆ ਵਾਕ ਵਿੱਚ ਇਕੱਲੀ ਹੋਵੇ, ਯਾਨੀ ਕਿ ਕਿਸੇ ਮੂਲ ਕਿਰਿਆ ਦੇ ਨਾਲ ਨਾ ਹੋਵੇ, ਉਸ ਵਾਕ ਵਿੱਚ ਮੂਲ ਕਿਰਿਆ ਮੌਜੂਦ ਹੀ ਨਾ ਹੋਵੇ, ਤਦ ਫਿਰ ਉਸ ਨੂੰ ਆਪਾਂ ਸਹਾਇਕ ਕਿਰਿਆ ਨਹੀਂ ਸੰਸਰਗੀ ਕਿਰਿਆ ਕਹਿੰਦੇ ਹਾਂ। ਕਿਉਂਕਿ ਕਿਸੇ ਵੀ ਕੰਮ ਜਿਹੜਾ ਹੋਣ ਬਾਰੇ ਮੂਲ ਕਿਰਿਆ ਜਿਹੜੀ ਹੁੰਦੀ ਹੈ ਉਹ ਤਾਂ ਵਾਕ ਵਿੱਚ ਹੈ ਹੀ ਨਹੀਂ, ਤਾਂ ਕਿਸੇ ਕਿਰਿਆ ਦੇ ਸਮੇਂ ਬਾਰੇ ਨਾ ਦੱਸ ਕੇ ਇਕੱਲਾ ਸਿਰਫ ਵਾਕ ਨੂੰ ਪੂਰਾ ਕਰਨ ਲਈ ਵਾਕ ਵਿੱਚ ਮੌਜੂਦ ਹੁੰਦੀ ਹੈ, ਤਦ ਇਹ ਬਣ ਜਾਂਦੀ ਹੈ ਜੀ ਸੰਸਰਗੀ ਕਿਰਿਆ। ਦੇਖੋ ਜਿਵੇਂ ਇੱਥੇ ਤੁਹਾਡੇ ਕੋਲ ਜੋ ਵਾਕ ਸੀ ਉਹ ਸੀ ਗੀਤਾ ਕਿਤਾਬ ਪੜ੍ਹਦੀ ਹੈ, ਤਾਂ ਗੀਤਾ ਕਿਤਾਬ ਪੜ੍ਹਦੀ ਹੈ ਇਹ ਜਿੱਥੇ ਵਾਕ ਨੂੰ ਪੂਰਾ ਕਰਦਾ ਹੈ ਉੱਥੇ ਸਾਨੂੰ ਕੰਮ ਦਾ ਜਿਹੜਾ ਸਮਾਂ ਹੈ ਉਹਦੇ ਬਾਰੇ ਦੱਸ ਰਿਹਾ, ਲੇਕਿਨ ਕਿਹੜੇ ਕੰਮ ਦੇ? ਪੜ੍ਹਨ ਦੇ ਕੰਮ ਦੇ। ਯਾਨੀ ਕਿ ਇੱਥੇ ਇੱਕ ਕੰਮ ਹੈਗਾ, ਇੱਥੇ ਇੱਕ ਕਿਰਿਆ ਹੈ ਜਿਸ ਦੇ ਕਾਲ ਬਾਰੇ, ਜਿਸ ਦੇ ਸਮੇਂ ਬਾਰੇ ਸਾਨੂੰ ਇਹ ਸ਼ਬਦ ਦੱਸ ਰਿਹਾ ਹੈ। ਲੇਕਿਨ ਜਿਸ ਵਾਕ ਵਿੱਚ ਇਹ ਮੂਲ ਕਿਰਿਆ, ਇਹ ਕੰਮ ਹੋਵੇ ਹੀ ਨਾ, ਸਿਰਫ ਸਹਾਇਕ ਕਿਰਿਆ ਹੋਵੇ, ਸਿਰਫ ਵਾਕ ਨੂੰ ਪੂਰਾ ਕਰਨ ਲਈ ਉਸਦੇ ਵਿੱਚ ਉਸਨੂੰ ਯੂਜ਼ ਕੀਤਾ ਜਾਂਦਾ ਹੈ, ਵਰਤੋਂ ਕੀਤੀ ਜਾਂਦੀ ਹੈ, ਸਿਰਫ ਸਮੇਂ ਬਾਰੇ ਦੱਸਿਆ ਜਾਂਦਾ ਹੈ ਪਰ ਕਿਸੇ ਕੰਮ ਦੇ ਸਮੇਂ ਬਾਰੇ ਨਹੀਂ ਦੱਸਿਆ ਜਾਂਦਾ, ਉਹ ਬਣ ਜਾਂਦੀ ਹੈ ਜੀ ਸੰਸਰਗੀ ਕਿਰਿਆ। ਉਦਾਹਰਨ ਤੋਂ ਤੁਹਾਨੂੰ ਹੋਰ ਵੀ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ, ਜਿਵੇਂ ਉਦਾਹਰਨ ਤੋਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ, ਜਿਵੇਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਤਾਂ ਇਹਦੇ ਵਿੱਚ ਜਿਹੜੀ ਆਹ ਸ਼ਬਦ ਹੈ ਜੀ ਸਨ, ਇਹ ਕਿਰਿਆ ਹੈ, ਪਰ ਇਹ ਕਿਹੜੀ ਕਿਰਿਆ ਜੀ? ਇਹ ਹੈਗੀ ਹੈ ਸੰਸਰਗੀ ਕਿਰਿਆ। ਸੰਸਰਗੀ ਕਿਰਿਆ ਜਦੋਂ ਸਾਨੂੰ ਕਾਲ ਬਾਰੇ ਵੀ ਪਤਾ ਚੱਲਦਾ ਹੈ, ਲੇਕਿਨ ਇਸਦੇ ਵਿੱਚ ਕੋਈ ਮੂਲ ਕਿਰਿਆ ਨਹੀਂ ਹੈ ਜਿਸ ਦੇ ਹੋਣ ਦੇ ਸਮੇਂ ਬਾਰੇ ਸਾਨੂੰ ਇਹ ਦੱਸੇ, ਇਹ ਸ਼ਬਦ ਬਣ ਜਾਂਦਾ ਜੀ ਸੰਸਰਗੀ ਕਿਰਿਆ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੀਸਰੇ ਪ੍ਰਕਾਰ ਦੀ ਵੰਡ ਇਕਹਰੀ ਤੇ ਸੰਯੁਕਤ ਕਿਰਿਆ ਦੇਖੀ, ਤੇ ਨਾਲ ਹੀ ਆਪਾਂ ਚੌਥੇ ਪ੍ਰਕਾਰ ਦੀ ਵੰਡ ਜਿਸ ਦੇ ਵਿੱਚ ਮੂਲ ਕਿਰਿਆ ਤੇ ਸਹਾਇਕ ਕਿਰਿਆ ਤੇ ਫਿਰ ਸੰਸਰਗੀ ਕਿਰਿਆ ਨੂੰ ਡਿਟੇਲ ਦੇ ਵਿੱਚ ਸਮਝਿਆ। ਆਪ ਤੁਹਾਨੂੰ ਸਾਰੇ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਫੇਸਬੁੱਕ ਔਰ ਟੈਲੀਗ੍ਰਾਮ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ, ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਥੈਂਕ ਯੂ।